ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਆਓ ਪਿਆਰਿਓ, ਜੋ ਆਪਾਂ ਰਲ ਮਿਲ ਕੇ ਕੁਝ ਕੁ ਸਮਾਂ ਗੁਰਮਤਿ ਵਿਚਾਰਾਂ ਦੀ ਸਾਂਝ ਕਰੀਏ। ਅੱਜ ਵਿਚਾਰ ਕਰਾਂਗੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਵਿੱਚ ਜੋ ਸਤਿਗੁਰੂ ਨੇ ਪਹਾੜਾਂ ਵਿੱਚ ਪਹੁੰਚ ਕਰਕੇ ਜੋ ਕੁਟੀਆ ਵਿੱਚ ਬੈਠੇ ਇੱਕ ਤਪਸਵੀ ਨੂੰ, ਰਿਸ਼ੀ ਜੀ ਨੂੰ ਆਪ ਜਾ ਕੇ ਦਰਸ਼ਨ ਦੇਣੇ। ਸੋ ਉਸ ਬਾਰੇ ਵਿਚਾਰ ਕਰਾਂਗੇ। ਸੋ ਇੱਕ ਦਿਨ ਸਵੇਰ ਸਾਰ ਸਤਿਗੁਰੂ ਜੀ ਉੱਠੇ ਤਾਂ ਕੁਝ ਕਾਹਲੇ ਜਿਹੇ ਜਾਪਦੇ ਸਨ। ਸਰਦੀ ਵੀ ਬਹੁਤ ਵੱਧ ਰਹੀ ਸੀ, ਭਾਵੇਂ ਅਜੇ ਪਹਾੜਾਂ ਤੇ ਬਰਫ਼ ਨਹੀਂ ਸੀ ਪਈ, ਪਾਲਾ ਬਹੁਤ ਚਮਕਿਆ ਨਹੀਂ ਸੀ, ਪਰ ਅੱਗੇ ਤੋਂ ਜੋ ਆਉਣ ਵਾਲਾ ਸਮਾਂ ਦੱਸਦਾ ਸੀ ਕਿ ਠੰਡ ਬਹੁਤ ਵਧੇਗੀ, ਪਾਲਾ ਬਹੁਤ ਵਧੇਗਾ। ਅੱਜ ਸਵੇਰੇ ਹੀ ਸਤਿਗੁਰੂ ਜੀ ਬਿਸਤਰੇ ਚੋਂ ਜਲਦੀ ਨਾਲ ਉੱਠੇ। ਦੀਵਾਨ ਵਿੱਚ ਵੀ ਕੁਝ ਜਲਦੀ ਨਾਲ ਹੀ ਅੱਪੜੇ। ਬਹੁਤ ਪਾਲੇ ਦੀ ਠੰਡ ਦੀ ਆਵਾਜ਼ ਦੇ ਰਹੇ ਸਨ। ਕਹਿ ਰਹੇ ਸਨ ਕਿ ਬੜਾ ਪਾਲਾ ਲੱਗਦਾ ਹੈ, ਠੰਡ ਬਹੁਤ ਲੱਗਦੀ ਹੈ, ਹੱਡ ਕੜਕਦੇ ਹਨ। ਕਦੇ ਕਦੇ ਇਹ ਵੀ ਕਹਿ ਜਾਂਦੇ ਸਨ ਕਿ ਉਮਰਾਂ ਵਡੇਰੀ ਹੋ ਗਈ ਹੈ, ਇਸ ਕਰਕੇ ਠੰਡ ਜ਼ਿਆਦਾ ਲੱਗਦੀ ਹੈ। ਸਤਿਗੁਰਾਂ ਦੇ ਸਿੱਖ ਆਪ ਜੀ ਦੇ ਇਸ ਬਚਨ ਨੂੰ, ਇਸ ਚੋਜ ਨੂੰ ਨਹੀਂ ਸਮਝ ਰਹੇ ਸਨ, ਪਰ ਕਿਸੇ ਨਵੇਂ ਕੌਤਕ ਦੀ ਉਡੀਕ ਜ਼ਰੂਰ ਕਰਨ ਲੱਗ ਪਏ ਸਨ ਕਿ ਕੋਈ ਨਵਾਂ ਹੀ ਕੌਤਕ ਹੋਣ ਵਾਲਾ ਹੈ। ਕਿ ਸਤਿਗੁਰੂ ਜੀ ਨੇ ਦੀਵਾਨ ਤੋਂ ਉੱਠਦੇ ਸਾਰ ਵਜ਼ੀਰ ਨੂੰ ਨਾਹਣ ਤੋਂ ਬੁਲਾਵਾ ਭੇਜਿਆ। ਜੋ ਨਾਹਣ ਦੇ ਰਾਜੇ ਦਾ ਵਜ਼ੀਰ ਸੀ, ਉਸ ਨੂੰ ਸੁਨੇਹਾ ਭੇਜਿਆ ਕਿ ਜਲਦੀ ਆਵੇ। ਜਦੋਂ ਆਇਆ ਤਾਂ ਉਸ ਨੂੰ ਆਖਿਆ ਕਿ ਰਾਜੇ ਨੂੰ ਆਖੋ 5-6 ਦਿਨਾਂ ਲਈ ਸਾਡੇ ਨਾਲ ਸ਼ਿਕਾਰ ਪਰ ਚੱਲੇ, ਉਹ ਵੀ ਪਹਾੜਾਂ ਵੱਲ ਨੂੰ ਚੱਲਣਾ ਹੈ, ਕਿਉਂਕਿ ਉੱਥੇ ਇੱਕ ਤਪਸਵੀ ਨੇ ਕੁਟੀਆ ਪਾਈ ਹੋਈ ਹੈ। ਉਹ ਬੜਾ ਤਪ ਕਰਦਾ ਸੀ ਤੇ ਲੋਕੀ ਉਸ ਨੂੰ ਰਿਖੀ ਜੀ ਆਖਦੇ ਸਨ। ਇਹ ਹੁਣ ਬਹੁਤ ਬੁੱਢਾ ਹੋ ਗਿਆ ਸੀ। ਇਸ ਦੇ ਕੋਲ ਨਾਹਣ ਦਾ ਰਾਜਾ ਤੇ ਉਸ ਦੇ ਵਜ਼ੀਰ ਗਏ ਸਨ ਕਿ ਉਹ ਤਪਸਵੀ ਉਹਨਾਂ ਨੂੰ ਇਹ ਵਰਦਾਨ ਦੇਵੇ ਕਿ ਉਹ ਰਾਜੇ ਫਤਿਹ ਸ਼ਾਹ ਤੋਂ ਹਾਰ ਨਾ ਖਾਵੇ। ਜਦੋਂ ਨਾਹਣ ਦੇ ਰਾਜੇ ਨੇ ਉਸ ਰਿਖੀ ਕੋਲ, ਤਪਸਵੀ ਕੋਲ ਇਹ ਬਚਨ ਕੀਤਾ ਕਿ ਸਾਨੂੰ ਇਹ ਵਰਦਾਨ ਦੇਵੋ, ਤਾਂ ਉਸ ਤਪਸਵੀ ਨੇ, ਉਸ ਰਿਸ਼ੀ ਜੀ ਨੇ ਉਹਨਾਂ ਨੂੰ ਇਹ ਦੱਸਿਆ ਸੀ ਕਿ ਮੈਂ ਵੇਦ ਸ਼ਾਸਤਰ, ਪੁਰਾਣ, ਜਯੋਤਿਸ਼ ਆਦਿ ਵਿਦਿਆ ਪੜ੍ਹੀਆਂ ਹਨ। ਮੇਰੇ ਹਿਸਾਬ ਵਿੱਚ ਅੱਜ ਕੱਲ੍ਹ ਇੱਕ ਮਹਾਬਲੀ ਅਵਤਾਰ ਦੇ ਪ੍ਰਗਟ ਹੋਣ ਦਾ ਸਮਾਂ ਹੈ। ਮਹਾਬਲੀ ਬੜੇ ਤਕੜੇ ਨੂੰ ਆਖਦੇ ਹਨ, ਜਿਹਦੇ ਵਿੱਚ ਬਹੁਤ ਜ਼ਿਆਦਾ ਬਲ ਹੋਵੇ, ਤੇ ਅਵਤਾਰ ਆਖਦੇ ਹਨ ਜਿਹੜਾ ਪਰਮੇਸ਼ਵਰ ਦੀਆਂ ਕਲਾ ਵਾਲਾ ਹੋਵੇ, ਪਰਮੇਸ਼ਵਰ ਦੇ ਗੁਣਾਂ ਵਾਲਾ ਹੋਵੇ, ਜੋ ਮਨੁੱਖ ਹੋ ਕੇ ਜਨਮੇ, ਉਸ ਨੂੰ ਅਵਤਾਰ ਆਖਦੇ ਹਨ। ਪ੍ਰਗਟ ਹੋਣਾ ਉਸ ਨੂੰ ਆਖਦੇ ਹਨ ਕਿ ਉਸ ਦੇ ਦੁਨੀਆ ਵਿੱਚ ਕੰਮ ਕਰਨ ਲੱਗ ਪੈਣ, ਉਸ ਦੇ ਕੰਮ ਉਸ ਦੀ ਪਹਿਚਾਣ ਬਣ ਜਾਣ, ਉਸ ਦੇ ਕੰਮ, ਉਸ ਦੇ ਪਰ ਉਪਕਾਰ ਉਜਾਗਰ ਹੋ ਜਾਣ। ਇਸ ਲਈ ਉਸ ਨੂੰ ਪ੍ਰਗਟ ਹੋਣਾ ਆਖਦੇ ਹਨ।
ਸੋ ਇਸ ਰਿਖੀ ਨੇ ਉਹਨਾਂ ਨੂੰ ਉਹ ਸਾਰੇ ਪਤੇ ਦੱਸ ਦਿੱਤੇ, ਨਿਸ਼ਾਨੀਆਂ ਦੱਸ ਦਿੱਤੀਆਂ ਕਿ ਜਿਨ੍ਹਾਂ ਤੋਂ ਰਾਜਾ ਤੇ ਵਜ਼ੀਰ ਨੇ ਸਮਝ ਲਿਆ ਸੀ ਕਿ ਇਹ ਸਾਰੀਆਂ ਨਿਸ਼ਾਨੀਆਂ ਅਤੇ ਜੋ ਪਤਾ ਦੱਸਿਆ ਹੈ ਇਹ ਆਨੰਦਪੁਰ ਵਾਲੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਮਿਲਦੇ ਹਨ। ਸੋ ਰਾਜਾ ਜੀ ਨੇ ਜਾ ਕੇ ਜੋ ਇਹ ਸਾਰੀਆਂ ਨਿਸ਼ਾਨੀਆਂ, ਇਹ ਸਾਰੇ ਪਤੇ ਕਢਵਾਏ ਤਾਂ ਉਸ ਨੂੰ ਪਤਾ ਲੱਗ ਗਿਆ ਕਿ ਗੁਰੂ ਜੀ ਨੂੰ ਬਿਲਾਸਪੁਰ ਦਾ ਰਾਜਾ ਕੁਝ ਔਖ ਦੇ ਰਿਹਾ ਹੈ। ਤਾਂ ਰਾਜੇ ਨੇ ਆਪ ਜੀ ਨੂੰ ਬੜੇ ਆਦਰ ਨਾਲ ਆਪਣੇ ਰਾਜ ਵਿੱਚ ਸੱਦ ਲਿਆ ਤੇ ਪੌਂਟੇ ਡੇਰਾ ਕਰਵਾ ਦਿੱਤਾ। ਰਿਖੀ ਜੀ ਨੇ ਜਦੋਂ ਉਹ ਪਤੇ ਦੱਸੇ ਸਨ ਤਾਂ ਆਖਿਆ ਸੀ ਕਿ ਉਸ ਦੀ ਸ਼ਰਨ ਵਿੱਚ ਪੈ ਜਾਵੋ, ਉਹ ਤੁਹਾਡੀ ਰੱਖਿਆ ਕਰੇਗਾ। ਸੋ ਨਾਲ ਹੀ ਇਹ ਵੀ ਕਿਹਾ ਸੀ ਕਿ ਮੈਨੂੰ ਉਸ ਦੇ ਦਰਸ਼ਨ ਜ਼ਰੂਰ ਕਰਵਾਉਣੇ, ਤੁਹਾਡੀ ਉਹ ਮਦਦ ਕਰੇਗਾ। ਉਹ ਜਿਸ ਦੀ ਵੀ ਮਦਦ ਕਰਦਾ ਹੈ ਉਸ ਨੂੰ ਕੋਈ ਝੁਕਾ ਨਹੀਂ ਸਕਦਾ। ਪਰ ਨਾਲ ਹੀ ਇਹ ਬੇਨਤੀ ਕੀਤੀ ਕਿ ਜਦੋਂ ਤੁਹਾਡਾ ਉਹਨਾਂ ਨਾਲ ਮਿਲਾਪ ਹੋ ਜਾਵੇ ਮੈਨੂੰ ਉਹਨਾਂ ਦੇ ਦਰਸ਼ਨ ਜ਼ਰੂਰ ਕਰਵਾ ਦਿਓ ਜੀ, ਕਿਉਂਕਿ ਮੈਂ ਹੁਣ ਬੁੱਢਾ ਬਹੁਤ ਹਾਂ, ਸਰੀਰ ਉਮਰਾਂ ਕਰਕੇ ਵੱਡੀ ਹੋ ਗਈ ਹੈ, ਸਰੀਰ ਵੱਡਾ ਹੋ ਗਿਆ ਹੈ, ਉਮਰਾਂ ਬਹੁਤ ਵੱਧ ਗਈ ਹੈ। ਮੈਂ ਤੁਰ ਫਿਰ ਕੇ ਉਸ ਦੀ ਟੋਲ ਭਾਵ ਕਿ ਉਸ ਦੀ ਭਾਲ ਨਹੀਂ ਕਰ ਸਕਦਾ। ਪਰ ਰਾਜੇ ਨੂੰ ਰਿਖੀ ਦੀ ਇਹ ਗੱਲ ਭੁੱਲ ਚੁੱਕੀ ਸੀ। ਰਿਖੀ ਜੀ ਹੁਣ ਹੋਰ ਕਮਜ਼ੋਰ ਹੋ ਰਿਹਾ ਸੀ, ਸਿਆਲ ਦੀ ਠੰਡ ਬਹੁਤ ਲੱਗਦੀ ਸੀ, ਪਰ ਉਹ ਗੁਰੂ ਜੀ ਨੂੰ ਯਾਦ ਕਰਦਾ ਸੀ ਤੇ ਮਨ ਹੀ ਮਨ ਵਿੱਚ ਇਹ ਤਰਲਾ ਕਰਦਾ ਸੀ, ਮਿੰਨਤਾਂ ਕਰਦਾ ਰਹਿੰਦਾ ਸੀ ਕਿ ਹੇ ਸਤਿਗੁਰੂ, ਮੈਨੂੰ ਮਰਨ ਤੋਂ ਪਹਿਲਾਂ ਤੁਹਾਡੇ ਦਰਸ਼ਨ ਜ਼ਰੂਰ ਹੋ ਜਾਣ, ਕਿਰਪਾ ਕਰਕੇ ਆਪ ਆ ਕੇ ਮੈਨੂੰ ਦਰਸ਼ਨ ਦੇ ਦਿਓ, ਕਿਉਂਕਿ ਮੈਂ ਤੁਰ ਫਿਰ ਨਹੀਂ ਸਕਦਾ, ਮੈਂ ਤੁਹਾਡੀ ਭਾਲ ਨਹੀਂ ਕਰ ਸਕਦਾ। ਉਸ ਦੀ ਇਹ ਮਿਹਨਤਦਾਰੀ ਗੁਰੂ ਜੀ ਨੂੰ ਪੌਂਟੇ ਬੈਠੇ ਪੌਂਟਾ ਸਾਹਿਬ ਵਿਖੇ ਬੈਠਾ ਹੀ ਮਨ ਦੇ ਵਿੱਚ ਸੁਣਾਈ ਦੇ ਰਹੇ ਸਨ। ਜੋ ਰਿਖੀ ਜੀ ਬੋਲ ਰਹੇ ਸਨ ਤਾਂ ਉਹ ਸਤਿਗੁਰੂ ਜੀ ਸਭ ਸੁਣ ਰਹੇ ਸਨ। ਤਦ ਕਰਕੇ ਹੀ ਅੱਜ ਸਤਿਗੁਰੂ ਬੁੱਢਿਆਂ ਵਾਂਗੂ ਜੇ ਇਸ ਤਰ੍ਹਾਂ ਕਰਕੇ ਗੱਲਾਂ ਆਖ ਰਹੇ ਸਨ ਕਿ ਪਾਲਾ ਬਹੁਤ ਲੱਗਦਾ ਹੈ, ਠੰਡ ਬਹੁਤ ਲੱਗਦੀ ਹੈ। ਕਦੇ ਆਖਦੇ ਸਨ ਹੱਡ ਕੜਕਦੇ ਹਨ, ਕਦੇ ਕਹਿ ਦਿੰਦੇ ਸਨ ਕਿ ਉਮਰਾਂ ਵਡੇਰੀ ਹੋ ਗਈ ਹੈ, ਇਸ ਕਰਕੇ ਠੰਡ ਜ਼ਿਆਦਾ ਲੱਗਦੀ ਹੈ। ਕਿਉਂਕਿ ਉਹ ਗੱਲਾਂ ਜੋ ਰਿਖੀ ਜੀ ਆਪਣੀ ਕੁਟੀਆ ਵਿੱਚ ਪਿਆ ਕਰਦਾ ਸੀ ਤਾਂ ਸਤਿਗੁਰੂ ਜੀ ਦੇ ਮੂੰਹੋਂ ਇਸ ਕਰਕੇ ਇਹ ਗੱਲਾਂ ਨਿਕਲਦੀਆਂ ਸਨ। ਇਸ ਕਰਕੇ ਗੁਰੂ ਜੀ ਰਿਖੀ ਨੂੰ ਦਰਸ਼ਨ ਦੇਣ ਜਾਣਾ ਚਾਹੁੰਦੇ ਸਨ। ਸੋ ਆਪ ਜੀ ਨੇ ਰਾਜੇ ਵਜ਼ੀਰ ਨੂੰ ਸੱਦਾ ਭੇਜ ਕੇ ਨਾਲ ਲੈ ਕੇ ਜੋ ਰਿਖੀ ਨੂੰ ਦਰਸ਼ਨ ਦੇਣ ਤੁਰ ਪਏ। ਸੋ ਉਸ ਰਿਖੀ ਜੀ ਦਾ ਜੋ ਇੱਕ ਗੱਭਰੂ ਸੇਵਕ ਸੀ, ਨੌਜਵਾਨ ਸੀ, ਜੋ ਉਸ ਦਾ ਚੇਲਾ ਸੀ, ਉਸ ਦਾ ਨਾਂ ਸੀ ਚਾਂਦੋ। ਉਹ ਬੜਾ ਸਿੱਧਾ ਸਾਦਾ ਪਿਆਰ ਵਾਲਾ ਸੀ ਤੇ ਕਹੀ ਗੱਲ ਨੂੰ ਸਿਰੇ ਚਾੜਨ ਵਾਲਾ ਬਾਲਕ ਸੀ ਅਤੇ ਸਾਦੀ ਜਿਹੀ ਸੁਥਰੀ ਜਿਹੀ ਅਕਲ ਵੀ ਰੱਖਦਾ ਸੀ, ਭਾਵ ਕਿ ਬਹੁਤ ਚਲਾਕ ਨਹੀਂ ਸੀ। ਜਦੋਂ ਗੁਰੂ ਜੀ ਉੱਧਰ ਗਏ ਤਾਂ ਇਹ ਨੌਜਵਾਨ ਕੁਟੀਆ ਤੋਂ ਦੂਰ ਨਦੀ ਦੇ ਹੇਠਾਂ ਵਾਲੇ ਪਾਸੇ ਵੱਲੋਂ ਆ ਕੇ ਸਤਿਗੁਰੂ ਜੀ ਨੂੰ ਲੱਭ ਰਿਹਾ ਸੀ ਕਿ ਕਿਤੇ ਉਹ ਮਹਾਂਪੁਰਖ, ਉਹ ਅਵਤਾਰ ਬਲੀ
ਮਿਲ ਜਾਵੇ ਤਾਂ ਮੈਂ ਉਹਨਾਂ ਨੂੰ ਰਿਖੀ ਜੀ ਦੇ ਕੋਲ ਲੈ ਜਾਵਾਂ। ਸੋ ਕੁਟੀਆ ਤੋਂ ਪਰੇ ਨਦੀ ਦੇ ਹੇਠਾਂ ਵੱਲ ਇਸ ਕਰਕੇ ਉਸ ਨੂੰ ਸਤਿਗੁਰਾਂ ਨੂੰ ਲੱਭ ਰਿਹਾ ਸੀ, ਭਾਲ ਕਰਦਾ ਸੀ। ਤੁਸੀਂ ਪੁੱਛੋ ਕਿ ਟੋਲ ਕਿਸ ਦੀ ਸੀ? ਰਿਖੀ ਨੇ ਉਸ ਨੂੰ ਕਹਿ ਦਿੱਤਾ ਸੀ, ਕਹਿ ਛੱਡਿਆ ਸੀ ਕਿ ਇਹ ਬੱਚਾ, ਮੇਰਾ ਸਰੀਰ ਹੁਣ ਬਹੁਤ ਬੁੱਢਾ ਹੋ ਰਿਹਾ ਹੈ, ਇਹ ਠੀਕ ਨਹੀਂ ਰਹਿੰਦਾ। ਇਹ ਮਤੇ ਕਿ ਅਚਾਨਕ ਇਹ ਸਰੀਰ ਸਾਥ ਛੱਡ ਜਾਵੇ। ਸੋ ਤੂੰ ਮੇਰਾ ਇੱਕ ਸੁਨੇਹਾ ਯਾਦ ਕਰ ਲੈ ਕਿ ਜੇਕਰ ਮੈਨੂੰ ਸਤਿਗੁਰਾਂ ਦੇ ਦਰਸ਼ਨ ਨਾ ਹੋਏ, ਉਸ ਮਹਾਬਲੀ ਦੇ ਦਰਸ਼ਨ ਨਾ ਹੋਏ, ਤਾਂ ਉਹਨਾਂ ਨੂੰ ਮੇਰਾ ਇੱਕ ਸੁਨੇਹਾ ਦੇ ਦੇਵੀਂ। ਉਹ ਸੁਨੇਹਾ ਤੂੰ ਯਾਦ ਕਰ ਲੈ। ਇਹ ਸੁਨੇਹਾ ਤੂੰ ਗੁਰੂ ਅਵਤਾਰ ਨੂੰ ਦੇਣਾ ਹੈ। ਫਿਰ ਉਸ ਨੇ ਸੁਨੇਹਾ ਉਸ ਨੂੰ ਯਾਦ ਕਰਵਾਇਆ। ਫਿਰ ਗੁਰੂ ਅਵਤਾਰ ਦੀ ਸ਼ਕਲ ਸੂਰਤ ਤੇ ਉਸ ਦੀਆਂ ਨਿਸ਼ਾਨੀਆਂ ਦੱਸੀਆਂ ਤੇ ਕਿਹਾ ਕਿ ਫਿਰਦੇ ਤੁਰਦੇ ਖਿਆਲ ਵਿੱਚ ਰੱਖਿਆ ਕਰੀਂ। ਜੇ ਮੈਂ ਮਰ ਗਿਆ ਤਾਂ ਤੂੰ ਉਸ ਦੀ ਢੂੰਡ ਕਰੀਂ, ਭਾਵ ਕਿ ਉਸ ਦੀ ਭਾਲ ਕਰੀਂ। ਜੇ ਤੈਨੂੰ ਮਿਲ ਪਵੇ ਤਾਂ ਮੇਰਾ ਸੁਨੇਹਾ ਸੁਣਾ ਦੇਵੀਂ। ਸੁਨੇਹਾ ਇਹ ਸੀ ਕਿ ਇੱਕ ਸਿੱਖ ਦਾ ਤਪੀਆ ਤਰਲੇ ਪਾਉਂਦਾ ਹੋਇਆ ਜਮਨਾ ਤੱਟ ਦੇ ਜੋ ਕਿਨਾਰੇ ਦਰਸ਼ਨਾਂ ਦੀਆਂ ਲੋਚਨਾ ਵਿੱਚ ਇਸ ਸੰਸਾਰ ਤੋਂ ਤੁਰ ਗਿਆ ਹੈ। ਉਸ ਦੀਆਂ ਨਿਸ਼ਾਨੀਆਂ ਇਹ ਹਨ, ਉਸ ਦੇ ਗੋਡੇ ਗਿੱਟੇ ਜੋ ਰਿਸ਼ੀ ਜੀ ਦੇ ਤੁਰਦੇ ਨਹੀਂ ਸਨ, ਉਹ ਇਸ ਤਰ੍ਹਾਂ ਕਰਕੇ ਸੁਨੇਹਾ ਦੇ ਰਿਹਾ ਸੀ। ਕਹਿਣ ਲੱਗਾ ਕਿ ਮੇਰੇ ਹੁਣ ਗੋਡੇ ਗਿੱਟੇ ਤੁਰਦੇ ਨਹੀਂ ਹਨ ਕਿ ਮੈਂ ਉਸ ਨੂੰ ਲੱਭ ਸਕਾਂ। ਉਸ ਦੇ ਪਾਸ ਧਨ ਵੀ ਨਹੀਂ ਸੀ। ਆਪਣੇ ਚੇਲੇ ਨੂੰ ਕਹਿ ਰਿਹਾ ਕਿ ਇਸ ਤਰ੍ਹਾਂ ਕਰਕੇ ਉਸ ਨੂੰ ਕਵੀਂ ਕਿ ਉਹ ਰਿਖੀ ਦੇ ਪਾਸ ਧਨ ਵੀ ਨਹੀਂ ਸੀ ਕਿ ਤੇਰੀ ਉਹ ਕਿਸੇ ਤੋਂ ਭਾਲ ਕਰਵਾ ਲੈਂਦਾ ਧਨ ਦੇ ਕੇ। ਆਪ ਤੁਰ ਨਹੀਂ ਸੀ ਸਕਦਾ ਕਿਉਂਕਿ ਬਹੁਤ ਬਿਰਧ ਸੀ ਕਿ ਉਹ ਤੇਰੀ ਭਾਲ ਕਰ ਸਕਦਾ। ਉਸ ਦੇ ਪਾਸ ਮਨੁੱਖ ਕੋਈ ਨਹੀਂ ਸੀ ਜੋ ਸੂਹਾਂ ਕੱਢਦਾ ਕਿ ਤੁਸੀਂ ਕਿੱਥੇ ਰਹਿੰਦੇ ਹੋ। ਉਸ ਨੂੰ ਦਿਸਦਾ ਵੀ ਬਹੁਤ ਨਹੀਂ ਸੀ, ਇਸ ਕਰਕੇ ਉਹ ਆਪਣੀ ਕੁਟੀਆ ਵਿੱਚੋਂ ਜ਼ਿਆਦਾ ਬਾਹਰ ਨਹੀਂ ਸਨ ਨਿਕਲਦੇ। ਉਹ ਤੜਫਦਾ ਸੀ, ਲੋਚਦਾ ਸੀ ਤੇਰੇ ਦਰਸ਼ਨਾਂ ਨੂੰ, ਤੇਰੇ ਦਰਸ਼ਨਾਂ ਨੂੰ ਚਾਹੁੰਦਾ ਸੀ। ਉਹ ਇਸ ਤਰ੍ਹਾਂ ਕਰਕੇ ਹਮੇਸ਼ਾ ਤੁਹਾਨੂੰ ਯਾਦ ਕਰਦਾ ਰਹਿੰਦਾ ਸੀ, ਪਰ ਅੱਪੜ ਨਹੀਂ ਸੀ ਸਕਦਾ ਤੁਹਾਡੇ ਕੋਲ। ਇਉਂ ਲਾਹੁੰਦਾ ਰਾਹ ਤਕਾਉਂਦਾ, ਰਾਹ ਤੱਕਦਾ ਆਸਾਂ ਭਰਿਆ ਇਸ ਸੰਸਾਰ ਤੋਂ ਉਤਰ ਗਿਆ। ਉਸ ਦੀ ਬੋੜੀ ਕਰਨੀ, ਉਸ ਦੀਆਂ ਮਿਹਨਤ ਤਰਲੇ ਕਰਨੇ, ਇਹ ਤਾਂ ਸੀ ਸੁਨੇਹਾ ਜੋ ਰਿਸ਼ੀ ਜੀ ਨੇ ਉਸ ਨੌਜਵਾਨ ਆਪਣੇ ਸੇਵਕ ਨੂੰ ਦਿੱਤਾ ਕਿ ਇਸ ਤਰ੍ਹਾਂ ਕਰਕੇ ਉਹਨਾਂ ਕੋਲ ਮੇਰਾ ਸੁਨੇਹਾ ਦੇ ਦੇਵੀਂ। ਤੇ ਨਿਸ਼ਾਨੀਆਂ ਵਿੱਚੋਂ ਜੋ ਚਾਂਦੋ ਨੂੰ ਬਹੁਤ ਪੱਕੀ ਗੱਲ ਇਹ ਕਹੀ ਕਿ ਉਹਦੀ ਮੇਨ ਨਿਸ਼ਾਨੀ ਇਹ ਸੀ ਕਿ ਉਹਨਾਂ ਦੀਆਂ ਬਾਹਾਂ ਇੰਨੀਆਂ ਲੰਬੀਆਂ ਹੋਣਗੀਆਂ ਕਿ ਜਦ ਖੁੱਲੀਆਂ ਪਲਮਾਂ ਦੇਣ, ਭਾਵ ਕਿ ਬਾਹਾਂ ਲਮਕਣ ਤਾਂ ਗੋਡਿਆਂ ਤੱਕ ਪੁੱਜਣਗੀਆਂ। ਉਹਦੀ ਮੇਨ ਨਿਸ਼ਾਨੀ ਦੱਸੀ। ਨਿਸ਼ਾਨੀਆਂ ਤਾਂ ਹੋਰ ਵੀ ਸਨ। ਸੋ ਚਾਂਦੋ ਨੇ ਇਹ ਨਿਸ਼ਾਨੀ ਉਹਨਾਂ ਦੀ ਯਾਦ ਰੱਖੀ। ਅੱਜ ਬਣ ਵਿੱਚ ਫਿਰ ਰਿਹਾ ਸੀ ਤੇ ਉਸ ਨੂੰ ਇਹ ਤੌਖਲਾ ਵੀ ਸੀ ਕਿ ਰਿਖੀ ਜੀ ਕਿਤੇ ਅੱਜ ਮੇਰੇ ਮੁੜ ਕੇ ਆਉਂਦਿਆਂ ਤੱਕ ਇਹ ਸਰੀਰ ਨਾ ਛੱਡ ਜਾਣ। ਬਣ ਵਿੱਚ ਉਹ ਸਤਿਗੁਰਾਂ ਦੀ ਭਾਲ ਕਰਦਾ ਸੀ। ਸੁਰਤ ਉਸ ਦੀ ਰਿਖੀ ਜੀ ਵਿੱਚ ਸੀ, ਕਿਤੇ ਚਲਾਣਾ ਨਾ ਕਰ ਜਾਣ। ਬਣ ਵਿੱਚ ਫਿਰਦਿਆਂ ਉਸ ਨੂੰ ਗੁਰੂ ਜੀ ਰਾਜਾ ਤੇ ਵਜ਼ੀਰ ਮਿਲ ਗਏ। ਉਹ ਉਸ ਨੂੰ ਲੱਗੇ
ਕਿ ਇਹਨਾਂ ਵਿੱਚੋਂ ਕੋਈ ਹੈ ਜਿਸ ਨੂੰ ਰਿਖੀ ਯਾਦ ਕਰਦਾ ਹੈ, ਪਰ ਕੌਣ ਹੋ ਸਕਦਾ ਹੈ? ਫਿਰ ਉਸਨੇ ਜਦ ਗੁਰੂ ਜੀ ਦੀਆਂ ਬਾਹਾਂ ਪਲਮਦੀਆਂ ਵੇਖੀਆਂ ਤਾਂ ਉਸਨੂੰ ਚਾਅ ਚੜ੍ਹ ਗਿਆ, ਖੁਸ਼ੀ ਹੋ ਗਈ ਔਰ ਡਰ ਵੀ ਚੱਕਿਆ ਗਿਆ। ਡਰ ਤੋਂ ਸਖਣਾ ਹੋ ਕੇ ਭੱਜ ਕੇ ਸਤਿਗੁਰਾਂ ਦੇ ਪਾਸ ਜਾ ਪਹੁੰਚਾ ਤੇ ਹੱਥ ਫੜ ਕੇ ਗੋਡਿਆਂ ਨਾਲ ਲਾ ਕੇ ਬੋਲ ਉੱਠਿਆ। ਦੇਖਿਆ ਕਿ ਇਸ ਦੀਆਂ ਬਾਹਾਂ ਗੋਡਿਆਂ ਤੱਕ ਜਾਂਦੀਆਂ ਹਨ, ਤਾਂ ਕਹਿਣ ਲੱਗਾ ਕਿ ਆਪ ਹੀ ਹੋ, ਆਪ ਹੀ ਜੀ, ਤੁਸੀਂ ਆਪ ਹੀ ਹੋ, ਗੁਰੂ ਅਵਤਾਰ ਹੋ। ਫਿਰ ਬੋਲ ਉੱਠਿਆ ਕਿ ਗੁਰੂ ਅਵਤਾਰ ਜੀ, ਮੇਰਾ ਸੁਨੇਹਾ ਸੁਣ ਲਓ। ਤਦ ਉਹ ਸੁਨੇਹਾ ਸਾਰਾ ਸੁਣਾ ਦਿੱਤਾ ਜੋ ਉਸ ਰਿਖੀ ਨੇ ਆਪਣੇ ਸੇਵਕ ਨੂੰ, ਨੌਜਵਾਨ ਨੂੰ ਸੁਣਾਇਆ ਸੀ। ਜਦੋਂ ਸਾਰਾ ਸੁਨੇਹਾ ਸੁਣਾ ਦਿੱਤਾ ਤਾਂ ਸਤਿਗੁਰੂ ਜੀ ਨੇ ਕੁਝ ਚਿਰ ਜੋ ਅੱਖਾਂ ਬੰਦ ਕਰ ਲਈਆਂ, ਜੋ ਧਿਆਨ ਨਾਲ ਸੁਣ ਲਿਆ, ਆਪਣੇ ਨੈਣ ਬੰਦ ਕਰ ਲਏ, ਕੁਝ ਸਮਾਂ ਚੁੱਪ ਰਹੇ, ਤਾਂ ਫਿਰ ਇੱਕਦਮ ਬੋਲੇ ਕਿ ਰਿਖੀ ਅਜੇ ਜਿਉਂਦਾ ਹੈ। ਇਹ ਕਹਿ ਕੇ ਫਿਰ ਸਾਰੇ ਘੋੜੇ ਉੱਤੇ ਚੜ੍ਹ ਕੇ ਤੁਰ ਪਏ। ਸੋ ਇਸ ਤਰ੍ਹਾਂ ਕਰਕੇ ਜੋ ਸਾਰੇ ਘੋੜੇ ਉੱਤੇ ਚੜ੍ਹ ਕੇ ਤੁਰੇ, ਚਾਂਦੋ ਨੂੰ ਨਾਲ ਲੈ ਲਿਆ, ਤਾਂ ਰਿਖੀ ਜੀ ਪਾਸ ਜਾ ਪਹੁੰਚੇ। ਰਿਖੀ ਨਤਾਣਾ ਸੀ, ਬੇਹੋਸ਼ ਜਿਹਾ ਪਿਆ ਸੀ, ਪਰ ਸਮਰੱਥ ਗੁਰੂ ਨੇ ਸਿਰ ਤੇ ਹੱਥ ਧਰਿਆ ਤੇ ਵਜ਼ੀਰ ਤੇ ਰਾਜੇ ਤੋਂ ਉਸ ਦੇ ਹੱਥਾਂ ਤੇ ਪੈਰਾਂ ਦੇ ਮਾਲਿਸ਼ ਕਰਵਾਈ। ਤਾਂ ਰਿਖੀ ਜੀ ਨੂੰ ਕੁਝ ਹੋਸ਼ ਆਈ ਤੇ ਤਾਕਤ ਵੀ ਫਿਰ ਉਸ ਸਰੀਰ ਵਿੱਚ ਆ ਗਈ। ਦਰਸ਼ਨ ਕਰਕੇ ਉਸ ਦਾ ਲੂੰ ਖਿੜ ਗਿਆ, ਰੋਮ ਰੋਮ ਖਿੜ ਗਿਆ, ਨਵੀਂ ਜਾਨ ਭਰ ਗਈ। ਸਾਰੀ ਉਮਰਾਂ ਦੀ ਜੋ ਆਸ ਮੁਰਾਦ ਪੂਰੀ ਹੋ ਗਈ ਸਤਿਗੁਰਾਂ ਦੇ ਦਰਸ਼ਨ ਕਰਕੇ। ਇਹ ਦੇਖ ਕੇ ਜੋ ਸਤਿਗੁਰਾਂ ਦੇ ਨਾਲ ਸਿੱਖ ਗਏ ਸਨ, ਜੋ ਸਾਹਿਬਾਂ ਦੇ ਨਾਲ ਸਵਾਰ ਹੋ ਕੇ ਗਏ ਸਨ, ਬੇਵੱਸ ਹੋ ਕੇ ਬੋਲ ਉੱਠੇ, ਮਿਰਤਕ ਕੋ ਜੀ ਵਾਲਣ ਹਾਰ, ਭੂਖੇ ਕੋ ਦੇਵਤ ਆਧਾਰ, ਸਰਬ ਨਿਦਾਨ ਜਾ ਕੀ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲਹਿਣਾ ਪਾਹੇ, ਸਭ ਕਿਛ ਤਿਸ ਕਾ ਉਹ ਕਰਨੇ ਜੋਗ, ਤਿਸ ਬਿਨ ਦੂਸਰ ਹੋਆ ਨਾ ਹੋਗ, ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲ ਏ ਕਰਨੀ, ਕਰ ਕਿਰਪਾ ਜਿਸ ਕੋ ਨਾਮ ਦਿਆ, ਨਾਨਕ ਸੋ ਜਨ ਨਿਰਮਲ ਥੀਆ। ਸੋ ਹੁਣ ਜੋ ਦਿਨ ਢਲ ਚੁੱਕਾ ਸੀ, ਰਾਤ ਉੱਥੇ ਹੀ ਰਹੇ। ਅਗਲੇ ਦਿਨ ਸਤਿਗੁਰੂ ਜੀ, ਰਾਜਾ ਤੇ ਵਜ਼ੀਰ ਤੇ ਸਾਥੀ ਸਾਰੇ ਤੁਰ ਪਏ। ਰਿਖੀ ਜੀ ਨੂੰ ਪਾਲਕੀ ਵਿੱਚ ਪਾ ਕੇ ਬਿਠਾ ਕੇ ਪੌਂਟੇ ਸਾਹਿਬ ਨਾਲ ਲੈ ਗਏ ਕਿ ਹੁਣ ਬਾਕੀ ਦੇ ਦਿਨ ਸਾਡੇ ਪਾਸ ਤੁਸੀਂ ਗੁਜ਼ਾਰੋ। ਚਾਂਦੋ ਨੂੰ ਕੁਟੀਆ ਵਿੱਚ ਰਹਿਣ ਲਈ ਕਿਹਾ, ਪਰ ਉਹ ਸੁੱਚੇ ਸੁੱਚੇ ਸਨ, ਪਰ ਜਾਂਗਲੀ ਪਿਆਰ ਵਾਲਾ ਬਹੁਤ ਸੀ। ਉਸਨੇ ਪਿਆਰ ਨਾਲ ਆਖਿਆ ਕਿ ਮੈਨੂੰ ਵੀ ਨਾਲ ਲੈ ਚਲੋ, ਮੈਂ ਗਾਈਆਂ ਚਾਰਿਆ ਕਰਾਂਗਾ, ਆਪ ਜੀ ਨੂੰ ਦੁੱਧ ਪਿਲਾਇਆ ਕਰਾਂਗਾ ਤੇ ਸੋਹਣੇ ਸੋਹਣੇ ਤੁਹਾਡੇ ਹੱਥ ਚੁੰਮਦਾ ਰਿਹਾ ਕਰਾਂਗਾ, ਦਰਸ਼ਨ ਕਰਦਾ ਰਿਹਾ ਕਰਾਂਗਾ। ਤੇ ਸਤਿਗੁਰੂ ਜੀ ਉਸ ਦੇ ਪਿਆਰ ਵਿੱਚ ਇੰਨੇ ਭਿੱਜੇ, ਕਹਿਣ ਲੱਗੇ ਕਿ ਇਹ ਨਿਰਛਲ ਹੈ, ਇਹਦੇ ਮਨ ਵਿੱਚ ਕੋਈ ਛਲ ਨਹੀਂ। ਉਸ ਦੇ ਪਿਆਰ ਵਿੱਚ ਭਿੱਜ ਕੇ ਰੀਝ ਰਹੇ ਸਨ। ਸੋ 2 ਸਵਾਰ ਉਸ ਚਾਂਦੋ ਨੂੰ ਦੇ ਦਿੱਤੇ ਕਿ ਤੁਸੀਂ ਇਹਨਾਂ ਦੀ ਰਾਖੀ ਕਰਦੇ ਹੋਏ ਸਮੇਤ ਗਾਈਆਂ ਨੂੰ ਤੇ ਚਾਂਦੋ ਨੂੰ
ਪੌਂਟੇ ਸਾਹਿਬ ਲੈ ਆਓ। ਉੱਥੇ ਸਾਰੇ ਜੋ ਆਪਾਂ ਰਲ ਮਿਲ ਕੇ ਇਹਨਾਂ ਦੇ ਦਿਨ ਕਢਾਵਾਂਗੇ। ਸੋ ਇਸ ਤਰ੍ਹਾਂ ਕਰਕੇ ਸਤਿਗੁਰੂ ਜੀ ਨੇ ਰਿਖੀ ਨੂੰ ਦਰਸ਼ਨ ਦਿੱਤੇ ਤੇ ਆਪਣੇ ਨਾਲ ਹੀ ਲੈ ਆਏ। ਜੋ ਉਹਦੇ ਦਿਨ ਬਚੇ ਸਨ ਹਮੇਸ਼ਾ ਉਹਨਾਂ ਨੂੰ ਦਰਸ਼ਨ ਦਿੰਦੇ ਰਹਿੰਦੇ ਸਨ। ਸੋ ਗੁਰੂ ਪਿਆਰੋ, ਇਹ ਸੀ ਸਤਿਗੁਰਾਂ ਦੀ ਸਾਖੀ, ਰਿਖੀ ਜੀ ਨੂੰ ਦਰਸ਼ਨ ਦੇਣਾ। ਸੋ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਨੂੰ ਸਤਿਗੁਰੂ ਤੇ ਸਤਿਗੁਰੂ ਕੀ ਸੰਗਤ ਬਖਸ਼ਣ ਜੋ ਉਹਦੀ ਬਖਸ਼ ਲੈਣਾ। ਅੱਗੇ ਵਾਸਤੇ ਸਤਿਗੁਰੂ ਸਮਤ ਬਖਸ਼ਣ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।